ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਅੱਜ ਆਪਾਂ ਬਹੁਤ ਹੀ ਇੰਟਰਸਟਿੰਗ ਟੌਪਿਕ ਬਾਰੇ ਪੜਾਂਗੇ, ਮੈਗਨੈਟਿਕ ਮਟੀਰੀਅਲਸ। ਸੋ ਫੰਡਾਮੈਂਟਲਸ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ। ਸੋ ਕੀ ਕੁਝ ਕਵਰ ਹੋਵੇਗਾ, ਇੰਟਰੋਡਕਸ਼ਨ ਹੈ, then ਸਭ ਤੋਂ ਇੰਪੋਰਟੈਂਟ ਟਰਮਸ ਕਨੈਕਟਡ ਵਿਦ ਮੈਗਨੈਟਿਕ ਮਟੀਰੀਅਲਸ, then classification and applications। ਸੋ ਮੈਗਨੈਟਿਕ ਮਟੀਰੀਅਲਸ ਹੁੰਦੇ ਕਿਹੜੇ ਨੇ? ਜਿਹਨਾਂ 'ਚ ਪਰਮਾਨੈਂਟ ਮੈਗਨੇਟਿਜ਼ਮ ਹੋਵੇ ਜਾਂ ਜਿਨ੍ਹਾਂ 'ਚ ਮੈਗਨੇਟਾਈਜੇਸ਼ਨ ਇੰਡਿਊਸ ਕਰ ਸਕਦੀ ਹੋਈ ਹੈ। ਠੀਕ ਹੈ, ਸੋ ਸੌਖੇ ਸ਼ਬਦਾਂ 'ਚ ਇਹਨੂੰ ਕਿਹਾ ਜਾਵੇ ਤਾਂ ਜਿਹੜੇ ਮਟੀਰੀਅਲਸ ਕੋਲ ਅਟਰੈਕਟ ਜਾਂ ਰਿਪੈਲ ਕਰਨ ਦੀ ਪ੍ਰੋਪਰਟੀ ਹੁੰਦੀ ਹੈ ਉਹਨਾਂ ਨੂੰ ਆਪਾਂ ਮੈਗਨੈਟਿਕ ਮਟੀਰੀਅਲਸ ਕਹਿੰਦੇ ਆ। Such materials when magnetized create a magnetic field in the surrounding space। ਸੋ ਜਦੋਂ ਮੈਗਨੇਟਾਈਜੇਸ਼ਨ ਹੋ ਜਾਂਦੀ ਹੈ ਤਾਂ ਉਹ ਮੈਗਨੈਟਿਕ ਫੀਲਡ ਜੋ ਹੈ ਉਹ ਪ੍ਰੋਡਿਊਸ ਕਰਦੇ ਨੇ। ਹੁਣ ਤੁਸੀਂ ਛੋਟੀਆਂ ਕਲਾਸਾਂ ਵਿੱਚ ਇੱਕ ਬਾਰ ਮੈਗਨੇਟ ਐਕਸਪੈਰੀਮੈਂਟ ਕਰਦੇ ਹੈਗੇ ਹੋ ਨਾ, ਬਾਰ ਮੈਗਨੇਟ ਲੈ ਕੇ ਕੰਪਸ ਨੀਡਲ ਜਿਵੇਂ ਜਿਵੇਂ ਪੁਆਇੰਟ ਆਊਟ ਕਰਦੀ ਹੈ ਉਵੇਂ ਤੁਸੀਂ ਮੈਗਨੈਟਿਕ ਫੀਲਡ ਲਾਈਨਸ ਬਣਾਉਂਦੇ। ਤਾਂ ਉਹੀ ਗੱਲ ਇੱਥੇ ਹੈ ਕਿ ਮੈਗਨੈਟਿਕ ਫੀਲਡ ਲਾਈਨਸ ਜਿਹੜੀਆਂ ਨੇ ਪ੍ਰੋਡਿਊਸ ਹੁੰਦੀਆਂ ਨੇ ਜਦੋਂ ਮਟੀਰੀਅਲ ਮੈਗਨੇਟਾਈਜ਼ ਹੋ ਜਾਂਦਾ ਹੈ। ਹੁਣ ਬਹੁਤ ਇੰਪੋਰਟੈਂਟ ਟੌਪਿਕ ਜੋ ਹੈ ਇਸ ਪ੍ਰੈਜੈਂਟੇਸ਼ਨ ਦਾ ਪਾਰਟ ਕਿ ਇਹ ਆਪਾਂ ਨੂੰ ਚਾਰ ਡੈਫੀਨੇਸ਼ਨਸ ਚੰਗੀ ਤਰ੍ਹਾਂ ਆਉਣੀਆਂ ਚਾਹੀਦੀਆਂ ਨੇ। ਠੀਕ ਹੈ, ਸੋ ਦੈਟ ਆਪਾਂ ਨੂੰ ਕੋਈ ਵੀ ਪੁੱਛੇ ਕਿ ਇਸ ਮੈਗਨੈਟਿਕ ਮਟੀਰੀਅਲ ਬਾਰੇ ਦੱਸੋ, ਆਪਾਂ ਨੂੰ ਪਤਾ ਹੋਵੇ ਕਿ ਹਾਂਜੀ ਸਾਨੂੰ ਪਤਾ ਹੈ ਕਿ ਇਹ ਪ੍ਰੋਪਰਟੀ ਹੈ, ਇਹਦੀ ਇੰਨੀ ਵੈਲਿਊ ਹੋਏਗੀ ਤਾਂ ਇਸ ਤਰ੍ਹਾਂ ਦਾ ਬਿਹੇਵ ਕਰੇਗਾ। ਸੋ ਇਹ ਸਾਰੀਆਂ ਜੋ ਹਨ ਚਾਰ ਪ੍ਰੋਪਰਟੀਜ਼ ਦੇ ਵਿੱਚ ਆਪਾਂ ਸਮਰਾਈਜ਼ ਕਰ ਸਕਦੇ ਹਾਂ। ਮੈਗਨੇਟਾਈਜੇਸ਼ਨ, ਮੈਗਨੈਟਿਕ ਮੂਵਮੈਂਟ ਪਰ ਯੂਨਿਟ ਵੋਲਿਊਮ। ਸੋ ਕਿੰਨਾ ਮੈਗਨੈਟਿਕ ਮੂਵਮੈਂਟ ਹੋਏਗਾ ਇੱਕ ਯੂਨਿਟ ਵੋਲਿਊਮ ਦੇ ਵਿੱਚ, ਦੈਟ ਇਜ਼ ਕਾਲਡ ਐਜ਼ ਦੀ ਮੈਗਨੇਟਾਈਜੇਸ਼ਨ। ਠੀਕ ਹੈ, ਮੈਗਨੈਟਿਕ ਡਾਈਪੋਲ ਮੂਵਮੈਂਟ। ਸੋ ਜਿਹੜੇ ਮੈਗਨੈਟਿਕ ਡਾਈਪੋਲਸ ਨੇ, ਠੀਕ ਹੈ, ਸੋ ਇਹ ਜੋ ਮੂਵਮੈਂਟ ਐਗਜ਼ਿਬਿਟ ਕਰਦੇ ਨੇ, ਸੋ ਦੈਟ ਇਜ਼ ਕਾਲਡ ਐਜ਼ ਮੈਗਨੈਟਿਕ ਡਾਈਪੋਲ ਮੂਵਮੈਂਟ। ਹੁਣ ਤੁਹਾਡੀ ਬੁੱਕ ਦੇ ਵਿੱਚ, ਮਾਡਰਨ ਦੀ ਬੁੱਕ ਦੇ ਵਿੱਚ ਇਹਨੂੰ ਕੁਆਂਟੀਫਾਈ ਕਰਨ ਵਾਸਤੇ ਇੱਕ ਇਕੁਏਸ਼ਨ ਲਿਖੀ ਹੋਈ ਹੈ given by tau equal to mu cross b। ਸੋ ਜੇ ਆਪਣਾ ਮੈਗਨੈਟਿਕ ਮੂਵਮੈਂਟ mu ਹੈ ਤੇ ਉਹਨੂੰ ਆਪਾਂ ਮੈਗਨੈਟਿਕ ਫੀਲਡ b ਦੇ ਵਿੱਚ ਪਲੇਸ ਕਰਦੇ ਹਾਂ ਤਾਂ ਉਹਦਾ ਜੋ ਟਾਰਕ ਐਕਸਪੀਰੀਐਂਸਡ ਹੋਏਗਾ ਦੈਟ ਵਿਲ ਬੀ ਮੈਗਨੈਟਿਕ ਮੂਵਮੈਂਟਸ ਟਾਈਮ ਦਿਸ ਦਾ ਅਪਲਾਈਡ ਫੀਲਡ। ਸੋ ਇੱਥੇ b ਨੂੰ ਕਨਫਿਊਜ਼ ਨਹੀਂ ਕਰਨਾ ਹੈ ਕਿ ਇੱਥੇ ਇਹਨਾਂ ਨੇ ਐਕਸਟਰਨਲ ਫੀਲਡ ਹੀ ਲਿਖੀ ਹੈ। ਠੀਕ ਹੈ, ਬਟ ਵੈਸੇ ਜਨਰਲੀ ਜੋ ਹੈ ਆਪਾਂ ਇੰਡਿਊਸਡ ਫੀਲਡ ਆਪਾਂ b ਯੂਜ਼ ਕਰਦੇ ਹਾਂ। ਠੀਕ ਹੈ, ਅੱਗੇ ਹੈ ਮੈਗਨੈਟਿਕ ਸਸੈਪਟੇਬਿਲਿਟੀ। ਜਿਹੜੀ ਮੈਗਨੈਟਿਕ ਸਸੈਪਟੇਬਿਲਿਟੀ ਤੇ ਪਰਮੀਏਬਿਲਿਟੀ ਹੈ, ਦੋਨੇ ਹੀ ਮੈਗਨੈਟਿਕ ਮਟੀਰੀਅਲਸ ਦੀ ਮੈਗਨੇਟਾਈਜੇਸ਼ਨ ਦੀ ਪ੍ਰੋਪਰਟੀ ਨੂੰ ਡਿਸਕ੍ਰਾਈਬ ਕਰਦੀਆਂ ਨੇ। ਸੋ ਮੈਗਨੈਟਿਕ ਸਸੈਪਟੇਬਿਲਿਟੀ ਕੀ ਹੈ? ਦੈਟ ਇਜ਼ m/h। ਕੀ ਹੈ? ਮੈਗਨੇਟਾਈਜੇਸ਼ਨ ਬਾਈ ਅਪਲਾਈਡ ਮੈਗਨੈਟਿਕ ਫੀਲਡ, ਇਹਨੂੰ ਡਿਨੋਟ ਕਰਦੇ ਇਕਾਈ ਦੇ ਨਾਲ। ਤੇ ਮੈਗਨੈਟਿਕ ਪਰਮੀਏਬਿਲਿਟੀ ਕੀ ਹੈ? that is b/h, induced magnetic field by applied magnetic field, ਇਹਨੂੰ ਡਿਨੋਟ ਕਰਦੇ ਆ mu ਦੇ ਨਾਲ। ਠੀਕ ਹੈ, ਸੋ ਹੁਣ ਆਪਾਂ ਚਾਰ ਡੈਫੀਨੇਸ਼ਨਸ ਕੀਤੀਆਂ ਨੇ। ਮੈਗਨੇਟਾਈਜੇਸ਼ਨ ਕੈਪੀਟਲ M, ਮੈਗਨੈਟਿਕ ਮੂਵਮੈਂਟ ਪਰ ਯੂਨਿਟ ਵੋਲਿਊਮ, ਮੈਗਨੈਟਿਕ ਡਾਈਪੋਲ ਮੂਵਮੈਂਟ mu ਨਾਲ ਡਿਨੋਟ ਕਰਦੇ ਆ, ਤੇ ਇੱਕ ਮੈਗਨੈਟਿਕ ਮੂਵਮੈਂਟ ਜੋ ਡਾਈਪੋਲ ਜੋ ਹੈ ਜਿਹਨੂੰ ਮੈਗਨੈਟਿਕ ਫੀਲਡ B ਦੇ ਵਿੱਚ ਪਲੇਸ ਕੀਤਾ ਜਾਵੇ ਤਾਂ ਉਹ ਟॉ ਇਕੁਅਲ ਟੂ mu ਕ੍ਰਾਸ B ਟਾਰਕ ਐਕਸਪੀਰੀਐਂਸ ਕਰਦਾ ਹੈ। ਤੇ ਸਸੈਪਟੇਬਿਲਿਟੀ ਤੇ ਪਰਮੇਬਿਲਿਟੀ ਇਹ ਬਹੁਤ ਸੌਖੀਆਂ ਨੇ, ਇਹ ਮੈਗਨੈਟਿਕ ਮਟੀਰੀਅਲ ਦੀ ਮੈਗਨੇਟਾਈਜੇਸ਼ਨ ਦੀ ਸ਼ਮਤਾ ਨੂੰ ਦਰਸਾਉਂਦੀਆਂ ਨੇ। ਜਿਹੜੀ ਸਸੈਪਟੇਬਿਲਿਟੀ ਉਹ ਕਾਈ ਨਾਲ ਡਿਨੋਟ ਹੁੰਦੀ ਹੈ, ਪਰਮੇਬਿਲਿਟੀ ਜੋ ਹੈ ਮਿਊ ਨਾਲ ਡਿਨੋਟ ਹੁੰਦੀ ਹੈ। ਸਸੈਪਟੇਬਿਲਿਟੀ ਜੋ ਹੈ ਦੈਟ ਇਜ਼ ਮੈਗਨੇਟਾਈਜੇਸ਼ਨ ਬਾय ਅਪਲਾਈਡ ਮੈਗਨੈਟਿਕ ਫੀਲਡ, और परमेबिलिटी जो है दैट इज इंड्यूस्ड मैग्नेटिक फील्ड बाय अप्लाइड मैग्नेटिक फील्ड। तो ਅੱਗੇ ਹੈ ਕਲਾਸੀਫਿਕੇਸ਼ਨ, ਪੈਰੋ, ਪੈਰਾ ਤੇ ਡਾਇਆ। ਇਹ ਤੁਹਾਨੂੰ ਅੱਜ ਦੇ ਲੈਕਚਰ ਤੋਂ ਬਾਅਦ ਜੇ ਪਹਿਲਾਂ ਨਹੀਂ ਕਲੀਅਰ ਹੈ ਤਾਂ ਹੁਣ ਪੂਰੀ ਤਰ੍ਹਾਂ ਕਲੀਅਰ ਹੋ ਜਾਣਾ ਚਾਹੀਦਾ ਹੈ, ਪੂਰੀ ਤਰ੍ਹਾਂ ਯਾਦ ਹੋ ਜਾਣਾ ਚਾਹੀਦਾ ਹੈ। ਸੋ ਕੀ ਹੈ ਫੈਰੋ ਤੇ ਕੀ ਹੈ ਪੈਰਾ ਤੇ ਕੀ ਹੈ ਡਾਇਆ? ਤਾਂ ਸੌਖੀ ਜੀ ਪਰਿਭਾਸ਼ਾ ਇਹ ਹੈ ਕਿ ਜਿਹੜੇ ਮਟੀਰੀਅਲਸ ਅਟਰੈਕਟ ਹੁੰਦੇ ਨੇ ਟੂਵਰਡਸ ਦ ਰੀਜਨ ਆਫ ਸਟਰੋਂਗਰ ਮੈਗਨੈਟਿਕ ਫੀਲਡ, ਜਿਹੜੇ ਸਟਰੋਂਗਲੀ ਅਟਰੈਕਟ ਹੁੰਦੇ ਨੇ ਟੂਵਰਡਸ ਦ ਰੀਜਨ ਆਫ ਸਟਰੋਂਗਰ ਮੈਗਨੈਟਿਕ ਫੀਲਡ, ਉਹਨਾਂ ਨੂੰ ਫੈਰੋ ਮੈਗਨੈਟਿਕ ਕਹਿੰਦੇ ਨੇ। ਜਿਹੜੇ ਵੀਕਲੀ ਅਟਰੈਕਟ ਹੁੰਦੇ ਨੇ ਟੂਵਰਡਸ ਦ ਰੀਜਨ ਆਫ ਸਟਰੋਂਗਰ ਮੈਗਨੈਟਿਕ ਫੀਲਡ, ਉਹਨਾਂ ਨੂੰ ਪੈਰਾ ਮੈਗਨੈਟਿਕ ਕਹਿੰਦੇ ਨੇ। ਜਿਹੜੇ ਰਿਪੈਲ ਹੁੰਦੇ ਨੇ ਫਰੋਮ ਅ ਰੀਜਨ ਆਫ ਸਟਰੋਂਗਰ ਮੈਗਨੈਟਿਕ ਫੀਲਡ, ਦੈਟ ਇਜ਼ ਦੇ ਗੈਟ ਰਿਪੈਲਡ ਅਵੇ ਫਰੋਮ ਦ magnetic field or poles you can say, so they are called as the diamagnetic materials।
ਸੋ ਕੀ ਡੈਫੀਨੇਸ਼ਨਸ ਨੇ, ਕੀ ਪੈਰਾਮੀਟਰ ਨਾਲ ਆਪਾਂ ਕਲਾਸੀਫਾਈ ਕਰਦੇ ਆ ਕਿ ਕੀ ਇਹ ਮੈਗਨੈਟਿਕ ਫੀਲਡ ਦੇ ਸਟਰੋਂਗਰ ਰੀਜਨ ਵੱਲ ਅਟਰੈਕਟ ਹੋ ਰਹੇ ਹਨ, ਸਟਰੋਂਗਲੀ ਅਟਰੈਕਟ ਹੋ ਰਹੇ ਹਨ ਤਾਂ ਫੈਰੋਮੈਗਨੈਟਿਕ ਹਨ, ਵੀਕਲੀ ਅਟਰੈਕਟ ਹੋ ਰਹੇ ਨੇ ਤਾਂ ਪੈਰਾਮੈਗਨੈਟਿਕ ਨੇ, ਜੇ ਰਿਪੈਲ ਹੋ ਰਹੇ ਨੇ ਤਾਂ ਇਹ ਡਾਇਮੈਗਨੈਟਿਕ ਨੇ। ਅੱਗੇ ਇਹਨਾਂ ਦੀ ਡਿਟੇਲ ਹੈ। A type of material that is highly attracted to magnets and can become permanently magnetized is called as ferromagnetic। बहुत strongly attract ਹੁੰਦੇ ਨੇ मैग्नेट ਨੂੰ और permanently magnetize ਹੋ ਜਾਂਦੇ ਨੇ। ਸੋ ਇੱਥੇ ਇਹਨਾਂ ਨੇ मैग्नेट यूज ਕੀਤਾ ਹੈ, ਠੀਕ ਹੈ। ਸੋ ਆਪਾਂ ਜਨਰਲੀ ਆਪਾਂ ਰੀਜਨ ਆਫ ਮੈਗਨੈਟਿਕ ਫੀਲਡ ਜੇ ਆਪਾਂ ਕਹੇ ਟੂਵਰਡਸ ਦੇ ਗੈਟ ਅਟਰੈਕਟਡ ਟੂਵਰਡਸ ਰੀਜਨ ਆਫ ਸਟਰੋਂਗਰ ਮੈਗਨੈਟਿਕ ਫੀਲਡ। ਸੋ ਇਹ ਜਨਰਲ ਹੈ ਤੇ ਮੈਗਨੇਟ ਜੇ ਇੱਥੇ ਲਿਖਿਆ ਹੈ ਸੋ ਆਪਾਂ ਇਨ ਪਾਰਟਿਕੂਲਰ ਆਪਾਂ ਮੈਗਨੇਟ ਨਾਲ ਗੱਲ ਕੀਤੀ ਹੋਈ ਹੈ। ਤੇ ਦੂਜੀ ਗੱਲ ਕੀ ਕਹੀ ਹੈ ਕਿ ਇਹ ਪਰਮਾਨੈਂਟਲੀ ਮੈਗਨੇਟਾਈਜ਼ ਨੇ। ਇੱਕ ਪਹਿਲੀ ਗੱਲ ਹੈ ਕਿ ਹਾਈਲੀ ਅਟਰੈਕਟ ਹੁੰਦੇ ਨੇ ਮੈਗਨੇਟਸ, ਤੇ ਦੂਜੀ ਗੱਲ ਹੈ ਪਰਮਾਨੈਂਟ ਮੈਗਨੇਟਿਜ਼ਮ ਐਗਜ਼ਿਬਿਟ ਕਰਦੇ ਨੇ। ਹੁਣ ਆ ਗਈ ਹੈ ਇਹਨਾਂ ਦੀ ਪਰਮੇਬਿਲਿਟੀ ਤੇ ਸਸੈਪਟੇਬਿਲਿਟੀ ਦੀ ਗੱਲ। ਇਹ ਸਾਰੇ ਮਟੀਰੀਅਲ ਦੇ ਵਿੱਚ ਇਹ ਦੋਵੇਂ ਪੈਰਾਮੀਟਰ ਜਿਹੜੇ ਆਪਾਂ ਅਖੀਰਲੇ ਦੋਵੇਂ ਪੈਰਾਮੀਟਰ ਕੀਤੇ ਸੀ, 4 ਪੈਰਾਮੀਟਰਸ, ਜੋ ਇਹਨਾਂ ਦੀ ਗੱਲ ਹੋਏਗੀ ਰਿਲੇਟਿਵ ਪਰਮੇਬਿਲਿਟੀ ਤੇ ਸਸੈਪਟੇਬਿਲਿਟੀ। रिलेटिव परमेबिलिटी जो है इट इज मच ग्रेटर देन यूनिटी। एक ही सी रिलेटिव परमेबिलिटी, रिलेटिव परमेबिलिटी जो है बेसिकली म्यू बाय म्यू नॉट होंगी है एंड म्यू इज गिवन बाय बी बाय एच, ठीक है। सो बेसिकली जो आप वैक्यूम के विद रिस्पेक्ट टू परमेबिलिटी देखिए दैट इज द रिलेटिव परमेबिलिटी, और परमेबिलिटी की होंगी इंड्यूस मैग्नेटिक फील्ड बाय अप्लाइड मैग्नेटिक फील्ड। सो जे अपनी रिलेटिव परमेबिलिटी much greater than unity है then it is a ferromagnetic material, ठीक है। क्योंकि ये जो ने जो मैग्नेटिक फील्ड लाइंस दी इंड्यूस मैग्नेटिक फील्ड की गल की जाए ये जो स्ट्रोंगली पास कर सकदियां ने, अच्छी तरह पास कर सकदियां ने, और जो है इंड्यूस मैग्नेटिक फील्ड वो बहुत ज़्यादा होंगी है। दैट इज़ वाई द रिलेटिव परमेबिलिटी इज ग्रेटर दैन यूनिटी, मच ग्रेटर दैन यूनिटी एंड डिपेंडेंट ऑन दी फील्ड स्ट्रेंथ। सो फील्ड स्ट्रेंथ जो है एच के उत्ते ऑफ कोर्स ये डिपेंड करेगी। हाई ससेप्टेबिलिटी, ससेप्टेबिलिटी की सी मैग्नेटाइजेशन बाय अप्लाइड मैग्नेटिक। सो ससेप्टेबिलिटी हाई मतलब मैग्नेटाइजेशन बहुत ज़्यादा है। सो यदि एग्जांपल्स ने आयरन तो तुहानूं पता ही है कि फेरोमैग्नेटिक हुंदा है, दूजे कोबाल्ट का भी आइडिया होता है, निकल, क्रोमियम, मैंगनीज। सो ये 4 एग्जांपल्स याद रखनिया ने, 5 एग्जांपल्स आयरन, कोबाल्ट, निकल, क्रोमियम, मैंगनीज। सो इतने इन्होंने डोमेन्स नहीं दिखाए हुए, अदरवाइज फेरोमैग्नेटिक मटीरियल्स जो ने वो डोमेन्स नाल करैक्टराइज होंगे ने। सो इनिशियली डोमेन्स आर रैंडमली ऑर्डर्ड एंड देन जो मैग्नेटिक फील्ड अप्लाई करते हैं तो डोमेन्स जो ने दे अलाइन देमसेल्व्स टुवर्ड द डायरेक्शन ऑफ मैग्नेटिक फील्ड एंड दस दे एग्जिबिट मैग्नेटिज्म। सो इत्थे डायग्राम देख सकते हो कि मैग्नेटिक फील्ड लाइन्स फेरोमैग्नेटिक मटीरियल दे विच भी पास करनियां हैं, ठीक है। और जो है कंसंट्रेटेड में, ठीक है। तो सेकेंड टाइप ऑफ मटीरियल्स जो है दैट इज अ पैरामैग्नेटिक मटीरियल। दे आर अट्रैक्टेड टुवर्ड्स द पोल ऑफ मैग्नेटिक मैग्नेट्स बट दे आर वीकली अट्रैक्टेड और इन्हां परमानेंट मैग्नेटिज्म नहीं होंदा है। परमेबिलिटी, इन्हां दी परमेबिलिटी भी ग्रेटर देन 1 है, रिलेटिव परमेबिलिटी, बट इट इज स्लाइटली ग्रेटर देन यूनिटी। So they're much greater than unity, it is slightly greater than unity है and are magnetized slightly, ठीक है। So magnetization भी जो है that is weaker as compared to the ferromagnetic materials। They attract the lines of force weakly। ਉਹਦੇ ਵਿੱਚੋਂ ਦੇਖੋ ferromagnetic materials ਦੇ ਵਿੱਚੋਂ ਇੰਨੀ ਅੱਛੀ ਤਰ੍ਹਾਂ ਪਾਸ ਕੀਤੀਆਂ ਸੀ, पैरामैग्नेटिक materials ਦੇ ਦੇਖੋ ਇੰਨੀ ਅੱਛੀ ਤਰ੍ਹਾਂ ਪਾਸ ਨਹੀਂ ਕਰ ਰਹੀਆਂ ਨੇ, अट्रैक्ट ਕੀਤਾ है मैग्नेटिक फील्ड लाइंस जो ने पास कर रही हैं बट वीक एज कम्पेयर टू दी फेरोमैग्नेटिक मटीरियल्स। सो एल्यूमिनियम, प्लैटिनम, कैल्शियम, ऑक्सीजन, सो दीज आर द पैरामैग्नेटिक मटीरियल्स। सो तुसीं देख सकते हो कि रैंडमली ओरिएंटेड ने, इन द एब्सेंस ऑफ फील्ड जो फील्ड अप्लाई करते हैं तो मैग्नेटिक डायपोल्स ओरिएंट देमसेल्व्स इन द डायरेक्शन ऑफ मैग्नेटिक फील्ड। डायमैग्नेटिक सो किहड़े हुंदे ने जिहड़े रिपेल हुंदे ने मैग्नेटिक फील्ड तो। It is a substance which create a magnetic field in opposite to an externally applied field। So opposite direction से magnetic field create होंगी है, so that is why repel होंगे ने magnets तो।
they move towards the region of weaker magnetic field, applied magnetic field. So susceptibility is negative. So susceptibility was capital M by H, ये negative है क्योंकि ये field lines repel करते हैं. They have relative permeability ਇੱਥੇ less than unity आ गई. So ferrous ਕਿੰਨੀ ਸੀ much greater than unity. Para ਦੇ ਵਿੱਚ greater than unity, ਇੱਥੇ less than unity ਆ ਗਈ. They repel the lines of force slightly. So diamagnetic materials ਦੇ ਵਿੱਚ ਉਹਨੇ repulsion ਦਿਖਾਈ ਹੈ बट थोड़ियां ये पास भी कराई ने. जी परफेक्ट डायमैगनेट होंगे वो एक भी लाइन पास नहीं करेगी जिवें सुपर कंडक्टर्स होंगे. असीं कीता सी ये सुपर कंडक्टिविटी चैप्टर दे विच. एग्जांपल्स की ने बिस्मथ, सिल्वर, कॉपर एंड हाइड्रोजन. बिस्मथ, सिल्वर, कॉपर एंड हाइड्रोजन आर टिपिकल एग्जांपल्स ऑफ डायमैग्नेटिक मटीरियल्स. एप्लीकेशंस ferromagnetic DN tapes, floppy disk of computer, magnetic stripes on back of credit cards, so ये ferromagnetic materials हैं. Magnetic radiation जिथे involved होंगी इत्थे diamagnetic materials होंगे. अगे तुसीं देख सकते हो कि इत्थे permanent magnets उते pyrolytic carbon है वो radiate हो रहा है due to the magnetic force. Next slide तुसीं देख सकते हो कि जो information है वो magnetize होकर स्टोर होगी. So these are the applications of ferromagnetic